ਤੁਹਾਨੂੰ 4 ਐਸਪੈਕਟ ਦੱਸਣ ਲੱਗਾ ਆ ਟ੍ਰੇਡਿੰਗ ਦੇ। ਜਿਹਨੇ ਇਹ ਵੀਡੀਓ ਦੇਖਣੀ ਆ ਕੰਪਲੀਟ ਫੁੱਲ ਵੀਡੀਓ, ਪਲੀਜ਼ ਗੋ ਔਨ ਮਾਈ YouTube ਜਾਂ ਇੰਸਟਾਗ੍ਰਾਮ ਦੇ ਉੱਤੇ, ਕਿਉਂਕਿ ਟਿਕਟੋਕ ਦੇ ਉੱਤੇ ਸਿਰਫ 3 ਮਿੰਟ ਦੀ ਹੀ ਵੀਡੀਓ ਸ਼ੋ ਹੋਊਗੀ। ਟ੍ਰੇਡਿੰਗ ਜਿਹੜੀ ਆ ਇਹ ਮਾਡਰਨ ਡੇ ਦੀ ਇਨਵੈਸਟਿੰਗ ਆ। ਜਿੱਦਾਂ ਅਸੀਂ ਪੁਰਾਣੇ ਟਾਈਮਾਂ ਦੇ ਉੱਤੇ ਪਹਿਲਾਂ ਲੌਂਗ ਟਰਮ ਇਨਵੈਸਟਿੰਗ ਕਰਦੇ ਹੁੰਦੇ ਸੀ, ਟ੍ਰੇਡਿੰਗ ਜਿਹੜੀ ਆ ਇਹ ਅਨਦਰ ਪਾਰਟ ਆਫ ਇਨਵੈਸਟਿੰਗ, ਬਟ ਇਹਨੂੰ ਅਸੀਂ ਸ਼ਾਰਟ ਟਰਮ ਦੇ ਵਿੱਚ ਪ੍ਰੋਫਿਟ ਬਣਾਉਂਦੇ ਆ। ਸ਼ਾਰਟ ਟਰਮ ਦੇ ਵਿੱਚ ਇਨਵੈਸਟਿੰਗ, ਸ਼ਾਰਟ ਟਰਮ ਦੇ ਵਿੱਚ ਬਾਇੰਗ, ਸ਼ਾਰਟ ਟਰਮ ਦੇ ਵਿੱਚ ਸੈਲਿੰਗ ਕਰਦੇ ਆ। ਤੇ ਦੂਜਾ ਟ੍ਰੇਡਿੰਗ ਦੇ ਵਿੱਚ ਤੁਸੀਂ ਸਾਰੇ ਆਲ ਓਵਰ ਦਾ ਵਰਲਡ ਤੁਸੀਂ ਡਿਫਰੈਂਟ ਐਸਪੈਕਟਸ, ਡਿਫਰੈਂਟ ਕਮੋਡਿਟੀਜ਼, ਡਿਫਰੈਂਟ ਫੋਰੈਕਸ ਐਕਸਚੇਂਜਸ, ਡਿਫਰੈਂਟ ਸਟਾਕਸ, ਡਿਫਰੈਂਟ ਇੰਸਟਰੂਮੈਂਟਸ ਜਿਹੜੇ ਆ ਤੁਸੀਂ ਆਲ ਅਰਾਊਂਡ ਦਾ ਵਰਲਡ ਡਿਫਰੈਂਟ ਫਾਈਨੈਂਸ਼ੀਅਲ ਮਾਰਕੀਟਸ ਦੇ ਵਿੱਚੋਂ ਐਕਸੈਸ ਕਰ ਸਕਦੇ ਆ ਤੁਹਾਡੇ ਆਪਣੇ ਫੋਨ ਦੇ ਉੱਤੇ, ਲੈਪਟਾਪ ਦੇ ਉੱਤੇ, ਕੰਪਿਊਟਰ ਦੇ ਉੱਤੇ। ਤੇ ਉਹਦੇ 'ਚ 2 ਤਰੀਕੇ ਨਾਲ ਟ੍ਰੇਡਿੰਗ ਕਰ ਸਕਦੇ ਆ, ਇੱਕ ਸਹੀ ਤਰੀਕੇ ਨਾਲ ਟ੍ਰੇਡਿੰਗ, ਇੱਕ ਰੋਂਗ ਤਰੀਕੇ ਨਾਲ ਟ੍ਰੇਡਿੰਗ। ਸੋ ਇਹ ਬਹੁਤ ਜ਼ਰੂਰੀ ਆ ਕਿ ਕਿਸੇ ਵੱਲ ਦੇਖ ਕੇ, ਜ਼ਰੂਰੀ ਨਹੀਂ ਹੁੰਦਾ ਕਿ ਜੇ ਕੋਈ ਹੋਰ ਪ੍ਰੋਫਿਟ ਬਣਾ ਰਿਹਾ ਤੁਸੀਂ ਕਿਸੇ ਨੂੰ ਕਾਪੀ ਕਰਕੇ ਪ੍ਰੋਫਿਟ ਬਣਾ ਸਕਦੇ ਆ। ਨੋ, ਇਟਸ ਨਾਟ ਪੋਸੀਬਲ। ਤੁਹਾਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਕੇਅਰਫੁਲੀ, ਬਹੁਤ ਵਧੀਆ ਸਟ੍ਰੈਟਜੀ ਹੋਣੀ ਚਾਹੀਦੀ ਆ। ਤੁਹਾਨੂੰ ਮਾਰਕੀਟ ਨੂੰ ਐਨਾਲਾਈਜ਼ ਕਰਨਾ ਹੋਣਾ ਚਾਹੀਦਾ ਆ। ਤੁਹਾਨੂੰ ਆਪਣੀ ਰਿਸਕ ਅਸੈਸਮੈਂਟ ਦਾ ਪਤਾ ਹੋਣਾ ਚਾਹੀਦਾ, ਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਐਕਚੁਅਲੀ ਇਨਵੈਸਟਮੈਂਟ ਕਿੰਨੀ ਚਾਹੀਦੀ ਆ ਇਹਦੇ ਵਿੱਚ ਸਟਾਰਟ ਹੋਣ ਦੇ ਲਈ। ਨਾਟ ਜਸਟ ਸਟਾਰਟ ਹੋਣ ਦੇ ਲਈ, ਪਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਆ ਕਿ ਤੁਸੀਂ ਜਿਹੜੀ ਰੈਗੂਲਰ ਇਨਕਮ ਤੁਸੀਂ ਇਹਦੇ 'ਚੋਂ ਲੱਭ ਰਹੇ ਆ, ਉਹ ਰੈਗੂਲਰ ਇਨਕਮ ਬਣਾਉਣ ਲਈ ਤੁਹਾਨੂੰ ਐਵਰੇਜ ਜਿਹੜੀ ਇਨਕਮ ਚਾਹੀਦੀ ਆ, ਉਹਦੇ ਲਈ ਤੁਹਾਨੂੰ ਕੋਲ ਕਿੰਨੀ ਇਕੁਇਟੀ ਹੋਣੀ ਚਾਹੀਦੀ ਆ ਬਿਫੋਰ ਯੂ ਇਨਵੈਸਟ। ਸੋ ਸੇਮ ਲਾਈਕ ਕੋਈ ਵੀ ਬਿਜ਼ਨਸ ਆ, ਤੁਸੀਂ ਬਿਜ਼ਨਸ ਕਰਨ ਤੋਂ ਪਹਿਲਾਂ ਇੱਕ ਪਲਾਨ ਬਣਾਉਂਦੇ ਆ, ਬਿਜ਼ਨਸ ਪਲਾਨ ਬਣਾਉਣੇ ਜਿਹਦੇ 'ਚ ਤੁਹਾਨੂੰ ਇਹ ਪਤਾ ਹੁੰਦਾ ਕਿ ਤੁਹਾਡੇ ਇੰਨੇ ਖਰਚੇ ਆ, ਤੁਹਾਨੂੰ ਆਹ ਜਗ੍ਹਾ 'ਤੇ ਤੁਸੀਂ ਪੇ ਕਰਨਾ ਆ, ਤੁਹਾਨੂੰ ਬਿਜ਼ਨਸ ਚਲਾਉਣ ਲਈ ਇੰਨੀ ਇਨਕਮ ਚਾਹੀਦੀ ਆ, ਬਿਜ਼ਨਸ ਚਲਾਉਣ ਲਈ ਇੰਨੀ ਲਿਕੁਇਡ ਫੰਡਸ ਚਾਹੀਦੇ ਆ। ਸੋ ਉਹ ਤੁਹਾਡਾ ਸਾਰਾ ਬਿਜ਼ਨਸ ਪਲਾਨ ਹੁੰਦਾ। ਸੇਮ ਵੇ ਟ੍ਰੇਡਿੰਗ ਵਰਕਸ ਐਜ਼ ਵੈਲ। ਇਹ ਵੀ ਇੱਕ ਤਰ੍ਹਾਂ ਦਾ ਬਿਜ਼ਨਸ ਹੀ ਆ। ਸੋ ਜਿਹੜਾ ਸਾਰਿਆਂ ਨਾਲ ਪਹਿਲਾ ਟੌਪਿਕ ਆਪਾਂ ਕਵਰ ਕਰਾਂਗੇ ਉਹ ਹੈਗਾ ਕਿ ਟ੍ਰੇਡਿੰਗ ਨੂੰ ਐਨਾਲਾਈਜ਼ ਕਰਨਾ। ਐਨਾਲਾਈਜ਼ ਕਰਨਾ ਮਾਰਕੀਟ ਨੂੰ ਬਹੁਤ ਹੀ ਜ਼ਰੂਰੀ ਆ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਸੀਂ ਮਾਰਕੀਟਾਂ ਕਿਹੜੇ ਟਾਈਮ ਦੇ ਉੱਤੇ ਖੁੱਲ੍ਹਦੀਆਂ ਆ, ਮਾਰਕੀਟਾਂ ਦੇ ਵਿੱਚ ਕਿਹੜੇ ਸਟਾਕ ਨੂੰ, ਕਿਹੜੀ ਕਮੋਡਿਟੀ ਨੂੰ, ਕਿਹੜੇ ਫੋਰੈਕਸ ਐਕਸਚੇਂਜ ਦੀ ਕਰੰਸੀ ਨੂੰ ਤੁਸੀਂ ਟਾਰਗੇਟ ਕਰਨਾ ਆ। ਕਰੰਟ ਅਫੇਅਰਸ ਮਾਰਕੀਟ ਦੇ ਵਿੱਚ ਕੀ ਹੋ ਰਿਹਾ ਕਿ ਜਿਨ੍ਹਾਂ ਦੇ ਕਰਕੇ ਜਿਹੜੀ ਮਾਰਕੀਟ ਦੇ ਵਿੱਚ ਰੋਜ਼ ਦੀ ਟ੍ਰੇਡਿੰਗ ਆ ਅਫੈਕਟ ਹੁੰਦੀ ਆ ਜਾਂ ਵੋਲਟੀਲਿਟੀ ਆਉਂਦੀ ਆ। ਸੋ ਇਹ ਮਾਰਕੀਟ ਐਨਾਲਾਈਜ਼ ਕਰਨਾ ਬਹੁਤ ਜ਼ਰੂਰੀ ਆ। ਤੇ ਡਜ਼ ਨੋਟ ਮੈਟਰ ਤੁਸੀਂ ਕਿੰਨੇ ਵੀ ਵਧੀਆ ਮਾਰਕੀਟ ਨੂੰ ਐਨਾਲਾਈਜ਼ ਕਰ ਲੈਂਦੇ ਆ, ਫੇਰ ਵੀ ਅੱਜ ਤੱਕ ਕਿਸੇ ਤੋਂ ਵੀ 100% ਸਕਸੈਸ ਰੇਟ ਨਹੀਂ ਬਿਲਟ ਹੋਈ। ਸੋ ਜਦੋਂ ਤੁਸੀਂ ਸਟਾਰਟ ਕਰਦੇ ਆ ਜਾਂ ਜਦੋਂ ਤੁਸੀਂ ਐਕਸਪਰਟ ਵੀ ਹੋ ਜਾਂਦੇ ਆ, ਸਟਿਲ ਤੁਹਾਡੀ ਵਿਨ ਰੇਸ਼ੋ ਹਮੇਸ਼ਾ 100% ਨਹੀਂ ਰਹੇਗੀ। ਤੁਹਾਨੂੰ ਘਾਟਾ ਵੀ ਹੋਏਗਾ, ਤੁਹਾਨੂੰ ਪ੍ਰੋਫਿਟ ਵੀ ਹੋਏਗਾ। ਐਜ਼ ਲੌਂਗ ਐਜ਼ ਤੁਹਾਡਾ ਪ੍ਰੋਫਿਟ ਤੁਹਾਡੇ ਘਾਟੇ ਨੂੰ ਕਵਰ ਕਰਦਾ ਆ, ਦੈਨ ਯੂ ਬਿਕਮ ਅ ਸਕਸੈਸਫੁਲ ਟ੍ਰੇਡਰ। ਮਾਰਕੀਟ ਨੂੰ ਵਧੀਆ ਤਰੀਕੇ ਨਾਲ ਐਨਾਲਾਈਜ਼ ਕਰਨਾ, ਮਾਰਕੀਟ ਦੀ ਸਾਰੀ ਇਨਫੋਰਮੇਸ਼ਨ ਹੋਣੀ, ਆਪਣੇ ਆਪ ਨੂੰ ਦੁਨੀਆ ਦੇ ਵਿੱਚ ਕਰੰਟ ਅਫੇਅਰਸ ਬਾਰੇ ਅਪਡੇਟ ਰੱਖਣਾ, ਸਟਿਲ ਵਰਕ ਫॉर ਯੂ ਇਨ ਦਿਸ ਟ੍ਰੇਡਿੰਗ। ਜਿੰਨੀ ਵਧੀਆ ਇਨਫੋਰਮੇਸ਼ਨ ਇਕੱਠੀ ਕਰੋਗੇ, ਜਿੰਨੀ ਵਧੀਆ ਤੁਹਾਡਾ ਨੌਲੇਜ ਬੇਸ ਹੋਏਗਾ, ਓਨੇ ਹੀ ਵਧੀਆ ਤੁਸੀਂ ਪ੍ਰੋਫਿਟ ਤੇ ਓਨੇ ਹੀ ਵਧੀਆ ਤੁਸੀਂ ਪ੍ਰੈਡਿਕਟੇਬਲ ਬਣ ਜਾਓਗੇ ਕਿ ਮਾਰਕੀਟ ਨੇ ਕਿੱਦਾਂ ਰਿਐਕਟ ਕਰਨਾ ਆ। ਫੇਰ ਵੀ ਹੋਰ ਜਿਹੜੇ 3 ਐਸਪੈਕਟਸ ਮੈਂ ਦੱਸਣ ਲੱਗਾ ਇਹ ਬਹੁਤ ਜ਼ਰੂਰੀ ਆ। ਜਿਹੜਾ ਸਾਰਿਆਂ ਨੂੰ ਪਹਿਲਾਂ ਹੈਗਾ ਟ੍ਰੇਡਿੰਗ ਸਟ੍ਰੈਟਜੀ। ਕਿਸੇ ਵੀ ਬਿਜ਼ਨਸ ਪਲਾਨ ਬਣਾਉਣ ਦੇ ਲਈ ਬਿਜ਼ਨਸ ਪਲਾਨ ਦੀ ਲੋੜ ਹੁੰਦੀ ਆ, ਇਸੇ ਤਰ੍ਹਾਂ ਟ੍ਰੇਡਿੰਗ ਕਰਨ ਦੇ ਲਈ ਵੀ ਤੁਹਾਨੂੰ ਟ੍ਰੇਡਿੰਗ ਸਟ੍ਰੈਟਜੀ ਹੋਣੀ ਬਹੁਤ ਜ਼ਰੂਰੀ ਆ। ਤੁਹਾਡੀ ਫੇਵਰੇਟ ਪੇਅਰ ਕੀ ਆ, ਤੁਸੀਂ ਕਿੱਦਾਂ ਦੇ ਸਟਾਕ ਨੂੰ ਟਾਰਗੇਟ ਕਰਨਾ ਆ, ਤੁਹਾਡੇ ਕੋਲ ਐਕਚੁਅਲੀ ਫੰਡਸ ਕਿੰਨੇ ਆ। ਤੁਸੀਂ ਕ੍ਰਿਪਟੋ ਦੇ ਵਿੱਚ ਟ੍ਰੇਡਿੰਗ ਕਰਨੀ ਆ, ਤੁਸੀਂ ਸਟਾਕ ਦੀ ਟ੍ਰੇਡਿੰਗ ਕਰਨੀ, ਤੁਸੀਂ ਕਮੋਡਿਟੀਜ਼ ਦੀ ਟ੍ਰੇਡਿੰਗ ਕਰਨੀ, ਜਾਂ ਤੁਸੀਂ ਫੋਰੈਕਸ ਦੀ ਟ੍ਰੇਡਿੰਗ ਕਰਨੀ ਆ। ਪਹਿਲਾਂ ਜਦੋਂ ਤੁਸੀਂ ਸਟਾਰਟ ਕਰਦੇ ਆ, ਤੁਹਾਨੂੰ ਇੱਕ ਆਪਣਾ ਫੇਵਰੇਟ ਫੋਰੈਕਸ ਪੇਅਰ ਚੂਜ਼ ਕਰਨਾ ਪੈਂਦਾ, ਇੱਕ ਆਪਣੀ ਫੇਵਰੇਟ ਕਮੋਡਿਟੀ ਯੂਜ਼ ਕਰ ਲਓ ਤੇ ਉਹਦੇ ਬਾਰੇ ਰੱਜ ਕੇ ਲਰਨ ਕਰੋ, ਉਹਦੇ ਬਾਰੇ ਪ੍ਰੋਪਰਲੀ ਲਰਨ ਕਰੋ, ਉਹਦੇ ਬਾਰੇ ਪ੍ਰੋਪਰ ਐਨਾਲਾਈਜ਼ ਕਰੋ ਕਿ ਕੀ ਮਾਰਕੀਟ ਦੇ ਵਿੱਚ ਇਵੈਂਟ ਹੁੰਦੇ ਆ ਜਿਹਦੇ ਕਰਕੇ ਇਹ 2 ਚੀਜ਼ਾਂ ਅਫੈਕਟ ਹੁੰਦੀਆਂ ਆ। ਮੈਂ ਪਹਿਲਾਂ ਵੀ ਬਹੁਤ ਸਾਰੀ ਵੀਡੀਓਜ਼ ਦੇ ਥਰੂ ਇਹ ਤੁਹਾਨੂੰ ਦੱਸਣ ਦੀ ਟਰਾਈ ਕੀਤੀ ਹੈ ਕਿ ਫੋਰੈਕਸ ਜਿਹੜੇ ਕਰੰਸੀ ਪੇਅਰਸ ਆ ਉਹ ਕਿੱਦਾਂ ਕਨੈਕਟ ਹੋਏ ਹੁੰਦੇ ਆ ਡਿਫਰੈਂਟ ਕਮੋਡਿਟੀ, ਡਿਫਰੈਂਟ ਇੰਪੋਰਟ ਐਕਸਪੋਰਟ ਕੰਟਰੀਆਂ ਦੀਆਂ ਇਕੋਨਮੀਜ਼ ਦੇ ਨਾਲ। ਸੋ ਜੇ ਤੁਹਾਨੂੰ ਨਹੀਂ ਪਤਾ, ਗੋ ਬੈਕ ਐਂਡ ਲੁੱਕ ਫॉर ਦੋਜ਼ ਵੀਡੀਓਜ਼। ਤੇ ਮੈਂ ਪਹਿਲਾਂ ਇੱਕ ਟ੍ਰੇਨਿੰਗ ਦੀ ਵੀ ਸ਼ੁਰੂ ਕੀਤੀ ਸੀਗੀ ਜਿਹੜੀ ਮੈਂ ਕੰਟੀਨਿਊ ਕਰੂੰਗਾ, ਪਰ ਉਹ ਟ੍ਰੇਨਿੰਗ ਦੀਆਂ ਸਾਰੀਆਂ ਵੀਡੀਓ ਦੇਖੋ ਜਿਹਦੇ ਤੁਹਾਨੂੰ ਗੁੱਡ ਫੋਰੈਕਸ ਦੀ ਨੌਲੇਜ ਮਿਲੂਗੀ। ਸੋ ਜਦੋਂ ਵਧੀਆ ਸਟ੍ਰੈਟਜੀ ਤੁਹਾਡੀ ਸਟ੍ਰੈਟਜੀ ਵਧੀਆ ਹੁੰਦੀ ਆ, ਤੁਹਾਡਾ ਜਿਹੜਾ ਪ੍ਰੋਫਿਟ ਦਾ ਸਾਈਜ਼ ਆ ਉਹ ਵੀ ਵੱਡਾ ਹੋਣ ਲੱਗ ਪੈਂਦਾ ਆ। ਤੁਹਾਨੂੰ ਐਕਚੁਅਲੀ ਤੁਸੀਂ ਐਕਚੁਅਲੀ ਮਾਰਕੀਟ ਨੂੰ ਪ੍ਰੈਡਿਕਟ ਕਰ ਸਕਦੇ ਆ ਇੱਕ ਵਧੀਆ ਸਟ੍ਰੈਟਜੀ ਦੇ ਨਾਲ।
ਤੇ ਦੂਜਾ ਉਸ ਸਟ੍ਰੈਟਜੀ ਦੇ ਵਿੱਚ ਰਿਸਕ ਵੀ ਇਨਵੋਲਵ ਹੁੰਦਾ। ਰਿਸਕ ਜਦੋਂ ਤੁਸੀਂ ਰਿਸਕ ਮੈਨੇਜਮੈਂਟ ਕਰਦੇ ਆ ਉਸ ਸਟ੍ਰੈਟਜੀ ਦੇ ਵਿੱਚ ਇੱਕ ਇੰਪੋਰਟੈਂਟ ਪਾਰਟ ਹੁੰਦਾ ਆ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜੇ ਉਹ ਸਟ੍ਰੈਟਜੀ ਜਿਹੜੀ ਆ ਜੇ ਉਹ ਟ੍ਰੇਡ ਅਗੇਂਸਟ ਤੁਹਾਡੇ ਚਲੇ ਗਿਆ ਤਾਂ ਤੁਸੀਂ ਉਹਦੇ ਤੇ ਕਿੰਨਾ ਘੱਟ ਤੋਂ ਘੱਟ ਲਾਸ ਲੈ ਕੇ ਜਾਂ ਵੱਧ ਤੋਂ ਵੱਧ ਕਿੰਨਾ ਲਾਸ ਲੈ ਕੇ ਉਹ ਟ੍ਰੇਡ ਜਿਹੜਾ ਬੰਦ ਹੋ ਜਾਣਾ ਚਾਹੀਦਾ ਆ। ਸੋ ਉਹਦੇ ਲਈ ਜਿੰਨੀਆਂ ਵੀ ਮੈਂ ਪਹਿਲਾਂ ਵੀਡੀਓ ਦੇਖੀਆਂ ਸਟਾਪ ਲਾਸਿਸ ਬਾਰੇ ਮੈਂ ਪਹਿਲਾਂ ਵੀਡੀਓ ਪਾਈਆਂ ਹੋਈਆਂ ਆ। ਸੋ ਪਲੀਜ਼ ਗੋ ਐਂਡ ਹੈਵ ਅ ਲੁੱਕ ਕਿ ਕਿੱਦਾਂ ਸਟਾਪ ਲਾਸ ਆਪਾਂ ਕਰੀਦੇ ਆ, ਕਿੱਦਾਂ ਵਰਕਆਊਟ ਕਰੀਦਾ। ਆਈ ਵਿਲ ਮੇਕ ਮੋਰ ਵੀਡੀਓਜ਼ ਐਜ਼ ਵੈਲ, ਪਰ ਤੁਹਾਨੂੰ ਇਹ ਜਿਹੜੀ ਰਿਸਕ ਅਸੈਸਮੈਂਟ ਇਹ ਬਹੁਤ ਇੰਪੋਰਟੈਂਟ ਪਾਰਟ ਆ ਤੁਹਾਡੀ ਟ੍ਰੇਡਿੰਗ ਸਟ੍ਰੈਟਜੀ ਦਾ। ਮਾਰਕੀਟ ਪੂਰੀ ਸਰਪ੍ਰਾਈਜ਼ਿਸ ਦੇ ਨਾਲ ਭਰੀ ਰਹਿੰਦੀ ਆ ਆਲ ਦਾ ਟਾਈਮ। ਤੁਹਾਨੂੰ ਪੋਜ਼ਿਟਿਵ ਵੀ ਮਿਲੂਗੇ, ਤੁਹਾਨੂੰ ਨੈਗੇਟਿਵਸ ਵੀ ਮਿਲੂਗੇ। ਤੁਸੀਂ ਜਿੰਨੀ ਮਰਜ਼ੀ ਮਾਰਕੀਟ ਨੂੰ ਪੜ੍ਹ ਲਓ, ਜਿੰਨਾ ਮਰਜ਼ੀ ਮਾਰਕੀਟ ਨੂੰ ਜਾਣ ਲਓ, ਫੇਰ ਵੀ ਮਾਰਕੀਟ ਕਈ ਵਾਰ ਇੱਕ ਪਰਫੈਕਟ ਕੰਡੀਸ਼ਨ ਹੁੰਦੇ ਹੋਏ ਵੀ ਮਾਰਕੀਟ ਨੈਗੇਟਿਵ ਬਿਹੇਵ ਕਰਦੀ ਆ। ਇਸੇ ਕਰਕੇ ਅੱਜ ਤੱਕ ਮਾਰਕੀਟ ਨੂੰ ਇੱਕ ਐਗਜ਼ੈਕਟਲੀ 100% ਤਰੀਕੇ ਦੇ ਨਾਲ ਕੋਈ ਵੀ ਸਮਝ ਨਹੀਂ ਸਕਿਆ। ਅਦਰਵਾਈਜ਼ ਲੋਕਾਂ ਦੀ ਸਾਰਿਆਂ ਦੀ ਜਿਹੜੇ ਲੋਕੀ ਬਹੁਤ ਐਕਸਪੀਰੀਅੰਸਡ ਆ ਉਹਨਾਂ ਦੀ ਵਿਨ ਰੇਸ਼ੋ ਵੀ 100% ਹੋਗੀ, ਪਰ ਐਕਚੁਅਲੀ ਇਟ ਡਜ਼ਨਟ ਐਗਜ਼ਿਸਟ। ਇਹ 'ਚ 5 ਡਿਫਰੈਂਟ ਸਟ੍ਰੈਟਜੀਜ਼ ਆ ਜਿਹੜੀਆਂ ਇੱਕ ਵਧੀਆ ਟ੍ਰੇਡਰ ਹੋਣ ਦੇ ਲਈ ਜ਼ਰੂਰੀ ਹੁੰਦੀਆਂ ਆ, ਜਿਹੜੀਆਂ ਮੈਂ ਅਗਲੀਆਂ ਵੀਡੀਓ ਦੇ ਵਿੱਚ ਡਿਸਕਸ ਕਰਾਂਗਾ ਤੁਹਾਡੇ ਨਾਲ। ਜਿਹੜਾ ਦੂਜਾ ਐਸਪੈਕਟ ਆ ਉਹ ਹੈਗਾ ਰਿਸਕ ਅਸੈਸਮੈਂਟ। ਰਿਸਕ ਅਸੈਸਮੈਂਟ ਤੁਸੀਂ ਬਹੁਤ ਵਾਰ ਸੁਣਿਆ ਹੋਣਾ, ਮੈਨੂੰ ਮੈਂ ਬਾਰ-ਬਾਰ ਇਹ ਗੱਲ ਕਰਦਾ ਰਹਿੰਦਾ, ਜਦ ਕਿ ਰਿਸਕ ਅਸੈਸਮੈਂਟ ਜਿਹੜਾ ਤੁਹਾਡਾ ਸਾਰਿਆਂ ਨਾਲੋਂ ਜ਼ਿਆਦਾ ਪ੍ਰਾਇਓਰਟੀ ਹੋਣੀ ਚਾਹੀਦੀ ਆ ਟ੍ਰੇਡਿੰਗ ਦੇ ਵਿੱਚ। ਸੇਮ ਲਾਈਕ ਨੋਰਮਲ ਬਿਜ਼ਨਸ, ਜੇ ਤੁਹਾਡੀ ਰਿਸਕ ਅਸੈਸਮੈਂਟ ਹੁੰਦੀ, ਤੁਹਾਨੂੰ ਪਤਾ ਕਿ ਜੇ ਤੁਹਾਡੀ ਇਨਕਮ ਘਟ ਗਈ ਤੁਸੀਂ ਰੈਂਟ ਕਿੱਦਾਂ ਦੇਣੇ ਆ, ਤੁਸੀਂ ਬਿੱਲ ਕਿੱਦਾਂ ਭਰਨੇ ਆ, ਤੁਹਾਡੇ ਕੋਲ ਇੱਕ ਬੈਕਅਪ ਪਲਾਨ ਹੁੰਦਾ ਆ। ਰਿਸਕ ਅਸੈਸਮੈਂਟ ਇਜ਼ ਯੋਰ ਬੈਕਅਪ ਪਲਾਨ ਕਿ ਜੇ ਤੁਹਾਡਾ ਟ੍ਰੇਡ ਘਾਟੇ ਦੇ ਵਿੱਚ ਚਲੇ ਗਿਆ ਤੁਸੀਂ ਉਹਨੂੰ ਕਿੱਦਾਂ ਸਟਾਪ ਕਰਨਾ ਆ। ਜੇ ਤੁਹਾਡੇ ਮਾਰਕੀਟ ਨੈਗੇਟਿਵਲੀ ਇਫੈਕਟ ਹੋਈ ਆ, ਤੁਹਾਡੇ ਟ੍ਰੇਡਸ ਸਹੀ ਤਰੀਕੇ ਦੇ ਨਾਲ ਜਾਂ ਸਹੀ ਟਾਈਮ ਦੇ ਉੱਤੇ ਨਹੀਂ ਟ੍ਰਿਗਰ ਹੋਏ, ਤੁਸੀਂ ਉਹਨੂੰ ਕਿੱਦਾਂ ਰਿਕਵਰ ਕਰਨਾ ਉਸ ਲਾਸ ਨੂੰ। ਸੋ ਇਹ ਸਾਰੀ ਤੁਹਾਡੀ ਰਿਸਕ ਅਸੈਸਮੈਂਟ ਜਿਹੜੀ ਰਿਸਕ ਮੈਨੇਜਮੈਂਟ ਹੈ ਜਿਹਨੂੰ ਅਸੀਂ ਕਹਿੰਦੇ ਆ, ਸਾਰਾ ਉਹਦੇ ਵਿੱਚ ਕਵਰ ਹੁੰਦਾ ਆ। ਸੋ ਸਿੰਪਲ ਤਰੀਕੇ ਨਾਲ ਟ੍ਰੇਡਿੰਗ ਦੇ ਵਿੱਚ ਮਨੀ ਕੈਨ ਬੀ ਮੇਡ, ਤੁਸੀਂ ਪੈਸਾ ਬਣਾ ਵੀ ਸਕਦੇ ਆ, ਪੈਸਾ ਗਵਾ ਵੀ ਸਕਦੇ ਆ। ਤੇ 80% ਤੋਂ ਜ਼ਿਆਦਾ ਲੋਕੀ ਜਿਹੜੇ ਆ ਉਹ ਐਕਚੁਅਲੀ ਪੈਸਾ ਗਵਾਉਂਦੇ ਆ ਜਸਟ ਬਾਏ ਨਾਟ spending enough time to learn about market, not looking at ਕਿ ਉਹਨਾਂ ਨੂੰ ਕੀ ਲਰਨ ਕਰਨਾ ਚਾਹੀਦਾ, not looking at ਕਿ ਉਹਨਾਂ ਨੂੰ ਕੀ ਨੌਲੇਜ ਹੋਣੀ ਚਾਹੀਦੀ ਆ, ਉਹਨਾਂ ਨੇ ਮਾਰਕੀਟ ਨੂੰ ਐਨਲਾਈਜ਼ ਕਿੱਦਾਂ ਕਰਨਾ ਆ। ਸੋ ਇਸ ਕਰਕੇ ਲਰਨਿੰਗ ਅਬਾਊਟ ਰਿਸਕ ਅਸੈਸਮੈਂਟ ਇੱਕ ਬਹੁਤ ਜ਼ਰੂਰੀ ਆ ਆਪਣੇ ਉਸ ਲਾਸ ਨੂੰ ਰੋਕਣ ਲਈ, ਆਪਣੇ ਅਕਾਊਂਟਸ ਨੂੰ ਖਾਲੀ ਹੋਣ ਤੋਂ ਰੋਕਣ ਲਈ। ਮੈਂ ਪਹਿਲਾਂ ਵੀ ਵੀਡੀਓ ਬਣਾਈਆਂ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਕਿ ਕਿੰਨਾ ਕੁ ਅਕਾਊਂਟ ਲੈਵਲ ਹੋਣਾ ਚਾਹੀਦਾ ਕਿ ਤਾਂ ਕਿ ਤੁਹਾਨੂੰ ਪਤਾ ਹੋਵੇ ਤੁਸੀਂ ਕਿੰਨੇ ਕੁ ਟ੍ਰੇਡ ਖੋਲ੍ਹਣੇ ਆ। ਗੋ ਐਂਡ ਲੁੱਕ ਐਟ ਦੋਜ਼ ਵੀਡੀਓਜ਼, ਜਿਹਦੇ ਨਾਲ ਤੁਹਾਨੂੰ ਇਹ ਪਤਾ ਲੱਗੂਗਾ ਕਿ ਐਕਚੁਅਲੀ ਤੁਹਾਡੀ ਜਿਹੜੀ ਅਕਾਊਂਟ ਦੀ ਇਕੁਇਟੀ ਆ ਉਹ ਕਿੰਨੀ ਇੰਪੋਰਟੈਂਟ ਆ, ਤੁਹਾਡੇ ਕਿੰਨੇ ਟ੍ਰੇਡ ਨੰਬਰਸ ਤੁਹਾਡੇ ਓਪਨ ਹੋਣੇ ਚਾਹੀਦੇ ਤੇ ਕਿੱਡੇ ਵੱਡੇ ਟ੍ਰੇਡ ਓਪਨ ਹੋਣੇ ਚਾਹੀਦੇ ਆ। ਇਹ ਕਦੀ ਵੀ ਪੋਸੀਬਲ ਨਹੀਂ ਹੋ ਸਕਦਾ ਕਿ ਤੁਸੀਂ ਟ੍ਰੇਡਿੰਗ ਕਰੋ ਤੇ ਟ੍ਰੇਡ ਤੁਹਾਡੇ ਅਗੇਂਸਟ ਨਾ ਜਾਵੇ। ਇਟਸ ਅ ਪਾਰਟ ਆਫ ਯੋਰ ਐਵਰੀਡੇ ਲਾਈਫ। ਤੇ ਟਰਾਈ ਨਾਟ ਟੂ ਬੀ ਇਮੋਸ਼ਨਲ। ਜੇ ਟ੍ਰੇਡ ਦੇ ਵਿੱਚ ਲਾਸ ਹੁੰਦਾ ਆ, ਡੋਂਟ ਬੀ ਇਮੋਸ਼ਨਲ, ਸਿਟ ਡਾਊਨ, ਡੋਂਟ ਗੋ ਓਪਨ ਨਿਊ ਟ੍ਰੇਡਸ ਐਂਡ ਵਰਕ ਆਊਟ ਕਿ ਤੁਸੀਂ ਕੀ ਮਿਸਟੇਕ ਕੀਤੀ ਆ, ਕੀ ਹੋਇਆ ਉੱਥੇ ਤੇ ਉਹਨੂੰ ਤੁਸੀਂ ਰੈਕਟੀਫਾਈ ਕਿੱਦਾਂ ਕਰਨਾ ਆ। ਐਜ਼ ਅ ਨਿਊ ਪਰਸਨ, ਨਿਊ ਟ੍ਰੇਡ, ਨਵੇਂ ਜਦੋਂ ਤੁਸੀਂ ਟ੍ਰੇਡਿੰਗ ਸਟਾਰਟ ਕਰਦੇ ਆ, always keep your order quantity lowest possible। ਜਿਹੜਾ ਤੀਜਾ ਬਹੁਤ ਇੰਪੋਰਟੈਂਟ ਐਸਪੈਕਟ ਆ ਉਹ ਹੈਗਾ ਕਿ ਤੁਹਾਡੀ ਐਕਚੁਅਲੀ ਇਕੁਇਟੀ ਕਿੰਨੀ ਆ, ਤੁਹਾਡੇ ਕੋਲ ਐਕਚੁਅਲੀ ਕਿੰਨੀ ਇਨਵੈਸਟਮੈਂਟ ਆ। ਤੁਹਾਡਾ ਸਾਈਜ਼ ਜਿਹੜਾ ਇਨਵੈਸਟਮੈਂਟ ਦਾ ਉਹ ਇਹ ਡਿਸਾਈਡ ਕਰੇਗਾ ਕਿ ਤੁਹਾਡਾ ਰਿਸਕ ਲੈਵਲ ਕਿੰਨਾ ਆ, ਤੁਹਾਡਾ ਪ੍ਰੋਫਿਟ ਲੈਵਲ ਕਿੰਨਾ ਹੋਏਗਾ ਤੇ ਤੁਹਾਨੂੰ ਕਿਸ ਤਰ੍ਹਾਂ ਦੀ ਰਿਸਕ ਅਸੈਸਮੈਂਟ ਕਰਨੀ ਚਾਹੀਦੀ ਆ। ਸੋ ਇਹਦੇ 'ਚ ਮੋਰ ਯੂ ਇਨਵੈਸਟ ਮੋਰ ਮਨੀ ਯੂ ਮੇਕ। ਸਿੰਪਲ ਫੰਡਾਮੈਂਟਲ ਇਹ ਹੁੰਦਾ ਇਨਵੈਸਟਿੰਗ ਦਾ। ਟ੍ਰੇਡਿੰਗ ਦੇ ਜਿਹੜੇ ਪਹਿਲੇ 3 ਐਸਪੈਕਟਸ ਆ ਉਹ ਹੈਗੀ ਆ ਨੌਲੇਜ ਐਂਡ ਪਰਸਨਲ ਸਕਿੱਲਸ, ਜਿਹੜੀਆਂ ਤੁਹਾਡੀਆਂ ਆਪਣੀਆਂ ਸਕਿੱਲਸ ਜਿਹੜੀਆਂ ਤੁਹਾਨੂੰ ਅਕਵਾਇਰ ਕਰਨੀਆਂ ਪੈਂਦੀਆਂ ਆ ਟ੍ਰੇਡਿੰਗ ਦੇ ਵਿੱਚ ਇਨਵੋਲਵਡ ਹੋਣ ਦੇ ਲਈ। ਕਿੰਨੀ ਤੁਹਾਡੀ ਇਨਵੈਸਟਮੈਂਟ ਆ ਉਹਦੇ ਤੇ ਡਿਪੈਂਡ ਕਰੇਗਾ ਕਿ ਤੁਸੀਂ ਕਿੰਨੇ ਟ੍ਰੇਡ ਓਪਨ ਕਰ ਸਕਦੇ ਆ, ਤੁਹਾਡਾ ਟ੍ਰੇਡ ਦਾ ਸਾਈਜ਼ ਕਿੰਨਾ ਹੋਣਾ ਚਾਹੀਦਾ ਆ। ਤੇ ਆਈ ਥਿੰਕ ਇਹਦੇ ਬਾਰੇ ਮੈਂ ਬਹੁਤ ਜ਼ਿਆਦਾ ਵੀਡੀਓਜ਼ ਪਹਿਲਾਂ ਵੀ ਬਣਾ ਚੁੱਕਾ ਆ। ਗੋ ਐਂਡ ਹੈਵ ਅ ਲੁੱਕ ਐਟ ਵਾਚ ਦੋਜ਼ ਵੀਡੀਓਜ਼, ਜਿਹਦੇ ਨਾਲ ਤੁਹਾਨੂੰ ਹੈਲਪ ਹੋਊਗੀ ਟ੍ਰੇਡਿੰਗ ਦੇ ਵਿੱਚ ਸਟੇਬਲ ਰਹਿਣ ਦੀ। ਜਿੰਨੀ ਵੱਡੀ ਇਨਵੈਸਟਮੈਂਟ ਆ ਓਨੀ ਵਧੀਆ ਸਕਸੈਸ ਰੇਸ਼ੋ ਹੁੰਦੀ ਆ ਤੇ ਓਨਾ ਹੀ ਵਧੀਆ ਤੁਹਾਡੇ ਟ੍ਰੇਡਸ ਕੰਟਰੋਲ ਦੇ ਵਿੱਚ ਰਹਿ ਸਕਦੇ ਆ। ਥੈਂਕ ਯੂ।